हेलो वेलकम यू ऑल इन माय चैनल कॉन्सेप्ट गुरु एके ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਸੋ ਪਿਆਰੇ ਵਿਦਿਆਰਥੀਓ, ਅਸੀਂ ਪਲੱਸ 2 ਪੋਲੀਟੀਕਲ ਸਾਇੰਸ ਲਈ ਦਲ ਪ੍ਰਣਾਲੀ ਚੈਪਟਰ ਭਾਗ ਏ ਦਾ ਜਿਹੜਾ ਚੈਪਟਰ ਹੈ ਉਹਦੀ ਗੱਲ ਕਰ ਰਹੇ ਸੀ। ਪਾਰਟ 1 ਵਿੱਚ ਆਪਾਂ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਤੇ ਦਲ ਪ੍ਰਣਾਲੀ ਦੇ ਕਾਰਜ ਵਗੈਰਾ ਪੜ੍ਹੇ ਸੀ ਤੇ ਅੱਜ ਆਪਾਂ ਗੱਲ ਕਰਾਂਗੇ ਦਲ ਪ੍ਰਣਾਲੀ ਚੈਪਟਰ ਦਾ ਹੀ ਦੂਜਾ ਭਾਗ ਪਾਰਟ 2 ਉਹਦਾ ਦਲ ਪ੍ਰਣਾਲੀ ਦਾ। ਉਹਦੇ 'ਚ ਆਪਾਂ ਗੱਲ ਕਰਾਂਗੇ ਦਲ ਪ੍ਰਣਾਲੀ ਦੀਆਂ ਕਿਸਮਾਂ ਬਾਰੇ ਤੇ ਦਲ ਪ੍ਰਣਾਲੀ ਦੀਆਂ ਜਿਹੜੀਆਂ ਮੇਜਰ ਤਿੰਨ ਹੀ ਕਿਸਮਾਂ ਨੇ। ਦੋ ਦਲ ਪ੍ਰਣਾਲੀ, ਟੂ ਪਾਰਟੀ ਸਿਸਟਮ, ਬਹੁਦਲ ਪ੍ਰਣਾਲੀ, ਮਲਟੀ ਪਾਰਟੀ ਸਿਸਟਮ ਤੇ ਇੱਕ ਦਲ ਪ੍ਰਣਾਲੀ ਵਨ ਪਾਰਟੀ ਸਿਸਟਮ। ਸੋ ਇਹਨਾਂ ਜਿਹੜੀਆਂ ਦਲ ਪ੍ਰਣਾਲੀਆਂ ਨੇ ਇਹਨਾਂ ਦੇ ਕੀ ਗੁਣ ਤੇ ਔਗੁਣ ਹੋ ਸਕਦੇ ਨੇ ਇਹਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਚਰਚਾ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਤੁਹਾਨੂੰ ਕਨਸੈਪਟ ਪੂਰੀ ਤਰ੍ਹਾਂ ਕਲੀਅਰ ਹੋ ਸਕੇ। ਸੋ ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ ਦੋ ਦਲ ਪ੍ਰਣਾਲੀ ਦੀ। ਜਿਹੜੀ ਦੋ ਦਲ ਪ੍ਰਣਾਲੀ ਹੈ ਇਹਨੂੰ ਬਾਈ ਪਾਰਟੀ ਸਿਸਟਮ ਵੀ ਕਹਿੰਦੇ ਆ। ਦੋ ਦਲ ਪ੍ਰਣਾਲੀ ਕਾਫੀ ਦੇਸ਼ਾਂ 'ਚ ਪਰ ਪ੍ਰਸਿੱਧ ਤੇ ਮਸ਼ਹੂਰ ਇੰਗਲੈਂਡ ਤੇ ਅਮਰੀਕਾ ਵਾ, ਯੂਕੇ ਤੇ USA, ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਦੋ ਦਲ ਪ੍ਰਣਾਲੀ ਹੈ ਤੇ ਬਹੁਤ ਮਜ਼ਬੂਤ ਹੈ। ਯੂਕੇ ਦੇ ਵਿੱਚ ਦੋ ਮੇਜਰ ਪੋਲੀਟੀਕਲ ਪਾਰਟੀਆਂ ਨੇ, ਕੰਜ਼ਰਵੇਟਿਵ ਤੇ ਲੇਬਰ, ਤੇ USA ਦੇ ਵਿੱਚ ਹੁਣੇ ਇਲੈਕਸ਼ਨ ਵੀ ਹੋਈ ਹੈ, ਡੈਮੋਕ੍ਰੈਟਿਕ ਤੇ ਰਿਪਬਲਿਕਨ। ਸੋ ਕਈ ਵਾਰ ਉਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, ਕਈ ਵਾਰ ਦੂਸਰੀ ਪਾਰਟੀ ਸਰਕਾਰ ਬਣ ਜਾਂਦੀ ਹੈ। ਸੋ ਟੂ ਪਾਰਟੀ ਸਿਸਟਮ ਜਿਹੜਾ ਵਾ, ਜਦੋਂ ਕੁਐਸਚਨ ਕਈ ਵਾਰ ਇੱਕ ਨੰਬਰ ਦਾ ਕੁਐਸਚਨ ਆ ਜਾਂਦਾ ਕਿ ਕਿਹੜੇ ਦੇਸ਼ 'ਚ ਹੈਗੀ ਹੈ ਤੇ ਯੂਕੇ ਤੇ USA 'ਚ ਤੁਸੀਂ ਆਸਾਨੀ ਨਾਲ ਕਹਿ ਸਕਦੇ ਹੋ। ਇਹਦੇ ਕੀ ਕੀ ਗੁਣ ਨੇ, ਟੂ ਪਾਰਟੀ ਸਿਸਟਮ ਕਿਉਂ ਚੰਗੀ ਹੈ, ਕਿਹੜੇ ਦੇ ਗੁਣ ਹੋ ਸਕਦੇ ਨੇ। ਸਭ ਤੋਂ ਪਹਿਲਾਂ ਹੈ ਮਜ਼ਬੂਤ ਸਰਕਾਰ। ਜਦੋਂ ਟੂ ਪਾਰਟੀ ਸਿਸਟਮ ਹੋਏਗਾ ਤੇ ਬੜਾ ਕਲੀਅਰ ਹੈ ਵੀ ਕਿਸੇ ਇੱਕ ਪਾਰਟੀ ਨੂੰ ਮੈਜੋਰਿਟੀ ਮਿਲਣੀ ਹੀ ਮਿਲਣੀ ਹੈ, ਕਿਉਂਕਿ ਮੇਜਰ ਦੋ ਪਾਰਟੀਆਂ ਨੇ, ਛੋਟੇ ਮੋਟੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੀ ਹੋਂਦ ਨਾ ਦੇ ਬਰਾਬਰ ਹੁੰਦੀ ਹੈ। ਸੋ ਇਸ ਕਰਕੇ ਦੋ ਪਾਰਟੀ ਸਿਸਟਮ ਦੇ ਵਿੱਚ ਕਿਸੇ ਇੱਕ ਪਾਰਟੀ ਨੂੰ ਮੈਜੋਰਿਟੀ ਮਿਲ ਜਾਂਦੀ ਹੈ ਤੇ ਉਹਦੀ ਸਰਕਾਰ ਮਜ਼ਬੂਤ ਸਰਕਾਰ ਬਣਦੀ ਹੈ, ਭਾਵ ਕੰਪਲੀਟ ਉਹਦੇ ਕੋਲ ਬਹੁਮਤ ਹੁੰਦਾ ਵਾ, ਉਹਦੇ ਕੋਲ ਅੱਧੇ ਤੋਂ ਵੱਧ ਮੈਂਬਰ ਹੁੰਦੇ ਨੇ ਤੇ ਕੋਈ ਵੀ ਬਿੱਲ ਪਾਸ ਕਰਵਾ ਸਕਦੇ ਨੇ ਤੇ ਮਜ਼ਬੂਤੀ ਨਾਲ ਸਰਕਾਰ ਚਲਾ ਸਕਦੇ ਨੇ। ਦੂਜੀ ਗੱਲ, ਇਕਸਾਰ ਨੀਤੀਆਂ। ਜਦੋਂ ਜਿਹੜੀ ਟੂ ਪਾਰਟੀ ਸਿਸਟਮ ਉਹਦਾ ਦੂਜਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹਦੀਆਂ ਨੀਤੀਆਂ ਤੇ ਪਾਲਿਸੀਜ਼ ਜਿਹੜੀਆਂ ਨੇ ਇਕਸਾਰ ਬਣਦੀਆਂ ਨੇ ਲਗਾਤਾਰ, ਕਿਉਂਕਿ ਇਹਨਾਂ ਦੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰਦੀ ਹੈ ਤੇ ਜਿਹੜੀਆਂ ਇਹ ਨੀਤੀਆਂ ਤੇ ਪਾਲਿਸੀਜ਼ ਬਣਾਉਂਦੀਆਂ ਨੇ ਉਹ ਇਕਸਾਰ ਬਣਦੇ ਨੇ, ਕੰਟੀਨਿਊਸ ਹੁੰਦੀਆਂ ਨੇ ਤੇ ਉਹ ਕੰਪਲੀਟ ਵੀ ਹੁੰਦੀਆਂ ਨੇ। ਜਿਹੜੀ ਉਹ ਪਾਲਿਸੀ ਤਿਆਰ ਕਰਦੇ ਨੇ ਉਹ ਆਪਣੇ ਕਾਰਜਕਾਲ ਵਿੱਚ ਉਹਨੂੰ ਕੰਪਲੀਟ ਵੀ ਕਰ ਦਿੰਦੇ ਨੇ। ਸੋ ਇੱਕੋ ਜਿਹੀਆਂ ਨੀਤੀਆਂ, ਇਕਸਾਰ ਨੀਤੀਆਂ ਚੱਲਦੀਆਂ ਰਹਿੰਦੀਆਂ ਨੇ। ਇਹ ਨਹੀਂ ਆ ਵੀ ਦੋ ਤਿੰਨ ਵਾਰ ਸਰਕਾਰਾਂ ਬਦਲ ਗਈਆਂ ਤੇ ਕਦੀ ਕੋਈ ਪਾਲਿਸੀ ਬਣ ਗਈ, ਕਦੀ ਕੋਈ ਨੀਤੀ ਬਣ ਗਈ। ਸੋ ਕਿਉਂਕਿ ਸਰਕਾਰਾਂ ਬਦਲਣ ਦੀ ਸੰਭਾਵਨਾ ਬੜੀ ਘੱਟ ਰਹਿੰਦੀ ਹੈ, ਇਸ ਕਰਕੇ ਇਕਸਾਰ ਨੀਤੀ ਲਾਗੂ ਹੁੰਦੀ ਹੈ। ਫਿਰ ਜ਼ਿੰਮੇਵਾਰ ਸਰਕਾਰ। ਟੂ ਪਾਰਟੀ ਸਿਸਟਮ ਜਿਹੜੀ ਉਹ ਜ਼ਿੰਮੇਵਾਰ ਸਰਕਾਰ ਹੁੰਦੀ ਹੈ। ਇਹਦਾ ਅਰਥ ਇਹ ਹੈ ਵੀ ਸਰਕਾਰ ਜਿਹੜੀ ਹੈ ਕਲੀਅਰ ਹੁੰਦਾ ਵੀ ਇਹ ਇਸ ਪਾਰਟੀ ਦੀ ਸਰਕਾਰ ਹੈ ਤੇ ਇਹੋ ਹੀ ਹਰ ਇੱਕ ਕੰਮ ਲਈ ਜ਼ਿੰਮੇਵਾਰ ਹੈ। ਜਦੋਂ ਮਲਟੀ ਪਾਰਟੀ ਸਿਸਟਮ ਹੋਏ ਤੇ ਇਦਾਂ ਨਹੀਂ ਹੁੰਦਾ ਕਈ ਵਾਰ, ਕਿਉਂਕਿ ਪਾਰਟੀਆਂ ਇੱਕ ਦੂਜੇ ਦੇ ਰਲ ਮਿਲ ਕੇ ਸਰਕਾਰ ਬਣੀ ਹੁੰਦੀ ਹੈ ਤੇ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਵੀ ਉਹਨਾਂ ਦਾ ਕਸੂਰ ਹੈ। ਪਰ ਜਦੋਂ ਪਾਰਟੀਆਂ ਦੋ ਹੋਣ, ਇੱਕ ਪਾਰਟੀ ਦੀ ਸਰਕਾਰ ਬਣੀ ਹੋਏ ਤੇ ਹਰੇਕ ਕੰਮ ਲਈ ਜ਼ਿੰਮੇਵਾਰ ਫਿਰ ਉਹੀ ਸਰਕਾਰ ਰਹਿੰਦੀ ਹੈ। ਸੋ ਇਸ ਕਰਕੇ ਇਹ ਪਾਰਟੀ ਜਿਹੜੀ ਹੈ ਜ਼ਿੰਮੇਵਾਰ ਸਰਕਾਰ ਬਣਦੀ ਹੈ ਇਸ ਦਲ ਪ੍ਰਣਾਲੀ ਸਿਸਟਮ ਨਾਲ, ਦੋ ਦਲ ਪ੍ਰਣਾਲੀ ਸਿਸਟਮ ਨਾਲ। ਸਥਿਰਤਾ। ਇਹਦੀ ਸਥਿਰਤਾ ਬਹੁਤ ਵੱਡਾ ਗੁਣ ਹੈ। ਸਥਿਰ ਸਰਕਾਰ ਹੁੰਦੀ ਹੈ ਤੇ ਆਪਣਾ ਕਾਰਜਕਾਲ ਪੂਰਾ ਕਰਦੀਆਂ ਨੇ। ਬਹੁਤ ਘੱਟ ਵਾਰ ਵੇਖਿਆ ਗਿਆ ਹੈ ਵੀ ਦੋ ਦਲ ਪ੍ਰਣਾਲੀ ਸਰਕਾਰਾਂ ਹੋਣ ਤੇ ਸਰਕਾਰਾਂ ਜਿਹੜੀਆਂ ਨੇ ਮੱਧਕਾਲੀ ਚੋਣਾਂ ਹੋ ਜਾਣ ਜਾਂ ਪੂਰਾ ਸਮਾਂ ਆਪਣਾ ਕਾਰਜਕਾਲ ਪੂਰਾ ਨਾ ਕਰ ਪਾਉਣ। ਸੋ ਸਥਿਰਤਾ ਜਿਹੜਾ ਬਹੁਤ ਵੱਡਾ ਗੁਣ ਹੈ ਦੋ ਦਲ ਪ੍ਰਣਾਲੀ ਦਾ, ਸਥਿਰਤਾ ਪ੍ਰਦਾਨ ਹੁੰਦੀ ਹੈ ਇਹਦੇ ਨਾਲ। ਨੈਕਸਟ ਹੈਗਾ ਵੋਟਰਾਂ ਨੂੰ ਲਾਭਦਾਇਕ। ਵੋਟਰਾਂ ਵਾਸਤੇ ਵੀ ਬੜਾ ਆਸਾਨ ਹੁੰਦਾ ਹੈ, ਚੁਆਇਸ ਬਿਲਕੁਲ ਸਾਹਮਣੇ ਹੈ, ਇਹਨੂੰ ਵੋਟ ਪਾਓ ਜਾਂ ਉਹਨੂੰ ਵੋਟ ਪਾਓ। ਸੋ ਦੋ ਹੀ ਮੇਜਰ ਪੋਲੀਟੀਕਲ ਪਾਰਟੀਆਂ ਹੋਣ ਕਰਕੇ ਵੋਟਰ ਨੇ ਜਿਹੜੇ ਉਹਨਾਂ ਦਾ ਮਾਈਂਡ ਬਿਲਕੁਲ ਕਲੀਅਰ ਰਹਿੰਦਾ ਵਾ ਵੀ ਅਸੀਂ ਕਿਹੜੇ ਉਮੀਦਵਾਰ ਨੂੰ ਵੋਟ ਪਾਣੀ ਹੈ। ਜਦੋਂ ਉਮੀਦਵਾਰ ਬਹੁਤ ਜ਼ਿਆਦਾ ਹੋਣ ਤੇ ਵੋਟਰ ਵੀ ਭੰਬਲ ਭੂਸੇ 'ਚ ਪੈ ਜਾਂਦਾ ਵੀ ਕਿਹਨੂੰ ਵੋਟ ਪਾਵਾਂ ਤੇ ਕਿਹਨੂੰ ਨਾ ਪਾਵਾਂ। ਸੋ ਦੋ ਦਲ ਪ੍ਰਣਾਲੀ ਦੇ ਵਿੱਚ ਜਿਹੜਾ ਵੋਟਰਾਂ ਵਾਸਤੇ ਆਪਣੀ ਚੋਣ ਕਰਨਾ, ਉਮੀਦਵਾਰ ਦੀ ਚੋਣ ਕਰਨਾ ਬਹੁਤ ਲਾਭਦਾਇਕ ਹੁੰਦਾ, ਆਸਾਨ ਹੁੰਦਾ। ਸਰਕਾਰ ਦਾ ਸੌਖਾ ਗਠਨ। ਭਾਰਤ ਵਿੱਚ ਕਈ ਵਾਰ ਰਾਸ਼ਟਰਪਤੀ ਨੂੰ ਦੁਬਿਧਾ ਪੈ ਜਾਂਦੀ ਹੈ ਵੀ ਕਿਹਨੂੰ ਇਨਵਾਈਟ ਕਰਾਂ ਪ੍ਰਧਾਨ ਮੰਤਰੀ ਬਣਨ ਵਾਸਤੇ, ਕਿਉਂਕਿ ਕਿੰਨੀਆਂ ਮਲਟੀ ਪਾਰਟੀ ਸਿਸਟਮ ਹੈ। ਪਰ ਜਿਹੜਾ ਦੇਸ਼ਾਂ 'ਚ ਦੋ ਦਲ ਪ੍ਰਣਾਲੀ ਉਹਦੇ ਵਿੱਚ
ਉਹਨਾਂ ਵਾਸਤੇ ਕੋਈ ਮੁਸ਼ਕਲ ਨਹੀਂ ਹੁੰਦੀ, ਕਲੀਅਰ ਮੈਜੋਰਟੀ ਇੱਕ ਪਾਰਟੀ ਨੂੰ ਮਿਲ ਜਾਂਦੀ ਹੈ ਤੇ ਉਸੇ ਪਾਰਟੀ ਦੇ ਅਹੁਦੇਦਾਰ ਨੂੰ ਪ੍ਰਧਾਨ ਮੰਤਰੀ ਬਣਾਉਂਦੇ ਨੇ ਜਾਂ ਅਮਰੀਕਾ 'ਚ ਰਾਸ਼ਟਰਪਤੀ ਉਹ ਬਣ ਜਾਂਦਾ ਜਿਹੜੀ ਪਾਰਟੀ ਨੂੰ ਮੈਜੋਰਟੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਪਾਰਟੀ 2 ਪਾਰਟੀ ਸਿਸਟਮ ਹੈਗਾ। ਸੋ ਇਸ ਕਰਕੇ ਸਰਕਾਰ ਦਾ ਗਠਨ ਕਰਨਾ ਬਹੁਤ ਆਸਾਨ ਰਹਿ ਜਾਂਦਾ ਹੈ 2 ਪਾਰਟੀ ਸਿਸਟਮ 'ਚ। ਤੇ ਲਾਸਟਲੀ ਮਜ਼ਬੂਤ ਵਿਰੋਧ, 2 ਪਾਰਟੀ ਸਿਸਟਮ ਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਹੈ ਉਹ ਵੀ ਬਹੁਤ ਮਜ਼ਬੂਤ ਹੁੰਦੀ ਹੈ, ਕਿਉਂਕਿ ਸਰਕਾਰ ਨੂੰ ਇਹ ਡਰ ਹੁੰਦਾ ਵੀ ਜੇਕਰ ਸਾਡੀ ਕੋਈ ਕਮੀ ਰਹੇਗੀ ਤੇ ਵਿਰੋਧੀ ਪਾਰਟੀ ਨੂੰ ਉਛਾਲੇਗੀ ਤੇ ਅਗਲੀ ਵਾਰ ਸਾਡੀ ਸਰਕਾਰ ਨੇ ਉਹਨਾਂ ਦੀ ਸਰਕਾਰ ਬਣ ਜਾਏਗੀ। ਇਸ ਕਰਕੇ ਜਿਹੜੀ ਵਿਰੋਧੀ ਪਾਰਟੀ ਹੈ ਉਹ ਸਰਕਾਰ ਤੇ ਕੜੀ ਨਜ਼ਰ ਰੱਖਦੀ ਹੈ ਤੇ ਉਹਦਾ ਮਜ਼ਬੂਤੀ ਨਾਲ ਵਿਰੋਧ ਕਰਦੀ ਹੈ। ਕੋਈ ਵੀ ਦੇਸ਼ ਹਿੱਤ 'ਚ ਜਿਹੜਾ ਫੈਸਲਾ ਨਾ ਹੋਏ ਵਿਰੋਧੀ ਪਾਰਟੀਆਂ ਉਹ ਫੈਸਲਾ ਨਹੀਂ ਹੋਣ ਦਿੰਦੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਇਹ ਇਸ ਸਿੱਟੇ ਤੇ ਪਹੁੰਚੇ ਹਾਂ ਵੀ ਜਿਹੜੀ 2 ਪਾਰਟੀ ਸਿਸਟਮ ਹੈ ਇਹ ਬਹੁਤ ਵਧੀਆ ਸਿਸਟਮ ਹੈ, ਇਹਦੇ ਬਹੁਤ ਜ਼ਿਆਦਾ ਗੁਣ ਨੇ ਤੇ ਇਹ ਚੰਗੀ ਹੁੰਦੀ ਹੈ ਕਿਸੇ ਲੋਕਤੰਤਰੀ ਦੇਸ਼ ਵਾਸਤੇ। ਸੋ 2 ਦਲ ਪ੍ਰਣਾਲੀ ਦੇ ਗੁਣਾਂ ਤੋਂ ਬਾਅਦ ਆਪਾਂ ਔਗਣ ਦੀ ਗੱਲ ਕਰੀਏ ਤੇ 2 ਦਲ ਪ੍ਰਣਾਲੀ ਦੇ ਜਿਹੜੇ ਔਗਣ ਨੇ, ਜਿਹੜੇ ਨੁਕਸਾਨ ਨੇ, ਉਹ ਵੀ ਇਹਦੇ ਨਾਲ ਹੀ ਆਪਾਂ ਨੂੰ ਦੇਖਣੇ ਪੈਣਗੇ। ਪਹਿਲਾ ਹੈਗਾ ਵੀ ਵੋਟਰਾਂ ਦੀ ਪਸੰਦ ਸੀਮਤ। ਵੋਟਰਾਂ ਦੀ ਪਸੰਦ ਸੀਮਤ ਹੋ ਜਾਂਦੀ ਹੈ ਜਦੋਂ ਪਾਰਟੀਆਂ 2 ਨੇ, ਹੋ ਸਕਦਾ ਵੋਟਰ ਨੂੰ ਉਹਨਾਂ 2 ਉਮੀਦਵਾਰਾਂ ਵਿੱਚੋਂ ਕੋਈ ਵੀ ਪਸੰਦ ਨਾ ਹੋਏ। ਸੋ ਇਸ ਕਰਕੇ ਇੱਥੇ ਆ ਕੇ ਮਲਟੀ ਪਾਰਟੀ ਸਿਸਟਮ ਤੇ ਬਹੁ ਦਲ ਪ੍ਰਣਾਲੀ ਜਿਹੜੀ ਚੰਗੀ ਲੱਗਣ ਲੱਗ ਪੈਂਦੀ ਹੈ, ਕਿਉਂਕਿ 2 ਦਲ ਪ੍ਰਣਾਲੀ ਵਿੱਚ ਵੋਟਰਾਂ ਦੀ ਪਸੰਦ ਸੀਮਤ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਹੀ 2 ਉਮੀਦਵਾਰਾਂ ਦੇ ਵਿੱਚੋਂ ਕਿਸੇ ਨੂੰ ਵੋਟ ਪਾਉਣ ਲਈ ਮਜਬੂਰ ਕੀਤਾ ਜਾਂਦਾ ਜਾਂ ਕਿਹਾ ਜਾਂਦਾ, ਪਰ ਉਹਦੀ ਇੱਛਾ ਨਹੀਂ ਹੁੰਦੀ ਕਿਉਂਕਿ ਉਹਦੇ ਅਨੁਸਾਰ 2 ਉਮੀਦਵਾਰ ਚੰਗੇ ਨਹੀਂ ਹੁੰਦੇ। ਸੋ ਇਸ ਕਰਕੇ ਵੋਟਰਾਂ ਦੀ ਪਸੰਦ ਜਿਹੜੀ ਹੈ ਉਹ ਸੀਮਤ ਹੋ ਜਾਂਦੀ ਹੈ। ਨੈਕਸਟ ਹੈਗਾ ਬਹੁਮਤ ਪਾਰਟੀ ਦੀ ਮਨਮਰਜ਼ੀ। ਜਿਹੜੀ ਬਹੁਮਤ ਪਾਰਟੀ 2 ਦਲ ਪ੍ਰਣਾਲੀ ਜਿਹੜੀ ਬਹੁਮਤ ਪਾਰਟੀ ਬਣ ਜਾਂਦੀ ਹੈ, ਜਿਹਦੀ ਸਰਕਾਰ ਬਣ ਜਾਂਦੀ ਹੈ, ਉਹ ਬਹੁਮਤ ਨਾਲ ਜਿੱਤਦੀ ਹੈ ਤੇ ਸਰਕਾਰ ਬਣਾਉਂਦੀ ਹੈ, ਫਿਰ ਉਹ ਆਪਣੀ ਮਨਮਰਜ਼ੀ ਕਰਨ ਲੱਗ ਪੈਂਦੀ ਹੈ ਕਿਉਂਕਿ ਉਹਨੂੰ ਲੱਗਦਾ ਵੀ ਸਾਡੇ ਕੋਲ ਮੈਜੋਰਟੀ ਹੈ ਤੇ ਅਸੀਂ ਦੇਸ਼ ਵਿੱਚ ਕੋਈ ਵੀ ਕਾਨੂੰਨ ਬਣਾ ਕੇ ਲਾਗੂ ਕਰ ਸਕਦੇ ਹਾਂ। ਸੋ ਇਸ ਕਰਕੇ ਬਹੁਮਤ ਪਾਰਟੀ ਜਿਹੜੀ ਹੈ ਉਹ ਆਪਣੀ ਤਾਨਾਸ਼ਾਹੀ ਕਾਇਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹ ਉਹਦਾ ਔਗਣ ਹੈ। ਇਸ ਤੋਂ ਅੱਗੇ ਸਾਰੇ ਵਰਗ ਖੁਸ਼ ਨਹੀਂ ਹੁੰਦੇ ਕਿਉਂਕਿ ਦੇਸ਼ਾਂ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ, ਕੋਈ ਕਿਸਾਨ ਹੈ, ਵਪਾਰੀ ਹੈ, ਮਜ਼ਦੂਰ ਹੈ, ਕਰਮਚਾਰੀ ਹੈ ਜਾਂ ਕਈ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਵਰਗ ਨੇ। ਸੋ ਸਾਰੇ ਵਰਗਾਂ ਨੂੰ ਠੀਕ ਪ੍ਰਤੀਨਿਧਤਾ ਨਹੀਂ ਮਿਲਦੀ 2 ਦਲ ਪ੍ਰਣਾਲੀ 'ਚ, ਕਿਉਂਕਿ ਕਈ ਵਾਰ ਪੋਲੀਟੀਕਲ ਪਾਰਟੀ ਹੁੰਦੀਆਂ ਨੇ, ਕੁਝ ਪਾਰਟੀਆਂ ਜਿਹੜੀਆਂ ਨੇ ਕਿਸੇ ਚੀਜ਼ ਨੂੰ ਪ੍ਰਮੋਟ ਕਰਦੀਆਂ, ਕੁਝ ਪਾਰਟੀਆਂ ਕਿਸੇ ਚੀਜ਼ ਨੂੰ, ਕਿਸੇ ਇੱਕ ਵਿਸ਼ੇਸ਼ ਵਰਗ ਨੂੰ ਪ੍ਰਮੋਟ ਕਰਦੀਆਂ ਨੇ। ਸੋ ਸਾਰੇ ਵਰਗ ਨੇ ਜਿਹੜੇ 2 ਦਲ ਪ੍ਰਣਾਲੀ ਦੇ ਵਿੱਚ ਖੁਸ਼ ਨਹੀਂ ਹੁੰਦੇ। ਸਾਰਾ ਦੇਸ਼ 2 ਗੁੱਟਾਂ 'ਚ ਵੰਡਿਆ ਜਾਂਦਾ। ਸਾਰੇ ਦੇਸ਼ ਦੇ ਲੋਕ ਜਿਹੜੇ ਨੇ ਜਾਂ ਤੇ ਕਿਸੇ ਇੱਕ ਪਾਰਟੀ ਦੇ ਸਪੋਰਟਰ ਬਣ ਜਾਂਦੇ ਨੇ ਜਾਂ ਦੂਜੀ ਪਾਰਟੀ ਦੇ। ਇਹਦੇ ਨਾਲ ਸਾਰਾ ਦੇਸ਼ ਜਿਹੜਾ ਉਹ ਇੱਕ 2 ਗੁੱਟਾਂ 'ਚ ਵੰਡਿਆ ਜਾਂਦਾ ਵਾ ਤੇ ਜਿਹੜੇ ਆਮ ਉਮੀਦਵਾਰ, ਜਿਹੜੇ ਕੈਂਡੀਡੇਟ ਨੇ ਜਾਂ ਉਹਨਾਂ ਦੇ ਫਾਲੋਅਰ ਨੇ, ਉਹਨਾਂ ਨੂੰ ਮੰਨਣ ਵਾਲੇ ਨੇ, ਉਹ ਹਮੇਸ਼ਾ ਹੀ ਆਪਣੀ ਆਪਣੀ ਪਾਰਟੀ ਦੇ ਕਰਕੇ ਬਹਿਸਬਾਜ਼ੀ 'ਚ ਲੱਗੇ ਰਹਿੰਦੇ ਆ। ਫਿਰ ਵਿਧਾਇਕਾਂ ਦੀ ਵਿਪ ਦੀ ਮਨਮਰਜ਼ੀ। ਜਿਹੜੇ ਵਿਧਾਇਕ ਹੁੰਦੇ ਨੇ ਉਹ ਆਪਣੀ ਮਰਜ਼ੀ ਨਹੀਂ ਕਰ ਸਕਦੇ ਕਿਉਂਕਿ ਪਾਰਟੀ ਇੱਕ ਵਿਪ ਜਾਰੀ ਕਰਦੀ ਹੈ, ਭਾਵ ਆਰਡਰ ਜਾਰੀ ਕਰਦੀ ਹੈ ਵੀ ਅਸੀਂ ਇਹ ਕਾਨੂੰਨ ਬਣਾਉਣਾ ਚਾਹੁੰਦੇ ਹਾਂ ਤੇ ਸਾਰੇ ਜਿਹੜੇ ਸਾਡੇ ਵਿਧਾਇਕ ਨੇ ਸਾਰੇ ਇਹਦੇ ਹੱਕ 'ਚ ਵੋਟ ਦੇਣਗੇ, ਭਾਵੇਂ ਕਿ ਉਸ ਵਿਧਾਇਕ ਦੀ ਆਪਣੀ ਇੱਛਾ ਨਹੀਂ ਹੁੰਦੀ ਉਹ ਉਸ ਕਾਨੂੰਨ ਦੇ ਹੱਕ 'ਚ ਵੋਟ ਪਾਉਣ ਦੀ, ਪਰ ਫਿਰ ਵੀ ਵਿਪ ਦੀ ਪ੍ਰਭਾਵ ਕਰਕੇ, ਵਿਪ ਮਤਲਬ ਪਾਰਟੀ ਦਾ ਪ੍ਰਭਾਵ ਕਰਕੇ ਵੀ ਇਸ ਨੂੰ ਵੋਟ ਪਾਣੀ ਹੈ। ਸੋ ਉਹਦੇ ਕਰਕੇ ਉਹਨਾਂ ਨੂੰ ਉਹ ਵੋਟ ਪਾਉਣੀ ਪੈਂਦੀ ਹੈ। ਨੈਕਸਟ ਹੈਗਾ ਵਿਧਾਨ ਪਾਲਿਕਾ ਦੀ ਘੱਟ ਪੁੱਛਗਿੱਛ। ਕਿਉਂਕਿ ਮੈਜੋਰਿਟੀ ਪਾਰਟੀ ਦੀ ਸਰਕਾਰ ਹੈ 2 ਦਲ ਪ੍ਰਣਾਲੀ ਵਿੱਚ, ਤੇ ਇਸ ਕਰਕੇ ਉਹ ਪਾਰਟੀ ਭਾਵੇਂ ਸੜਕ ਤੇ ਖੜੇ ਹੋ ਕੇ ਜਾਂ ਕਿਸੇ ਜਲਸੇ ਜਲੂਸ ਵਿੱਚ ਕੋਈ ਡਿਸੀਜਨ ਕਰ ਦੇਣ, ਵਿਧਾਨ ਸਭਾ 'ਚ ਜਾ ਕੇ, ਵਿਧਾਨ ਪਾਲਿਕਾ 'ਚ ਜਾ ਕੇ ਉਹਨਾਂ ਨੇ ਕਾਨੂੰਨ ਨੂੰ ਸਿਰਫ ਪਾਸ ਹੀ ਕਰਨਾ ਹੈ। ਉਹਨਾਂ ਦਾ ਵਿਰੋਧ ਬੋਲ ਕੇ ਕਰ ਸਕਦੇ ਨੇ, ਉਹਨਾਂ ਦਾ ਕਾਨੂੰਨ ਤੇ ਪਾਸ ਹੋਣਾ ਹੀ ਹੋਣਾ। ਇਸ ਕਰਕੇ ਉੱਥੇ ਵਿਧਾਨ ਪਾਲਿਕਾ ਦੀ ਮਾਣ ਮਰਿਆਦਾ ਨੂੰ ਸੱਟ ਪਹੁੰਚਦੀ ਹੈ। ਸੋ ਇਹ ਕੁਝ ਔਗੁਣ ਸੀ ਜਿਹੜੇ 2 ਦਲ ਪ੍ਰਣਾਲੀ ਦੇ ਵਿੱਚ ਪਾਏ ਜਾਂਦੇ ਨੇ। ਹੁਣ ਆਪਾਂ ਗੱਲ ਕਰ ਰਹੇ ਹਾਂ ਬਹੁ ਦਲ ਪ੍ਰਣਾਲੀ ਦੀ। ਜਿਹੜੀ ਬਹੁ ਦਲ ਪ੍ਰਣਾਲੀ ਹੈ ਇਹਨੂੰ ਮਲਟੀ ਪਾਰਟੀ ਸਿਸਟਮ ਕਹਿੰਦੇ ਆ ਅੰਗਰੇਜ਼ੀ 'ਚ। ਮਲਟੀ ਪਾਰਟੀ ਸਿਸਟਮ ਜਾਂ ਬਹੁ ਦਲ ਪ੍ਰਣਾਲੀ ਜਿਹੜੀ ਹੈ ਬਹੁਤ ਸਾਰੇ ਦੇਸ਼ਾਂ 'ਚ ਪਾਈ ਜਾਂਦੀ ਹੈ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇਹਨਾਂ ਸਾਰੇ ਦੇਸ਼ਾਂ 'ਚ, ਭਾਰਤ ਦੇ ਗਵਾਂਢੀ ਦੇਸ਼ਾਂ 'ਚ ਮਲਟੀ ਪਾਰਟੀ ਸਿਸਟਮ ਹੈ। ਫਰਾਂਸ ਵਿੱਚ ਵੀ ਮਲਟੀ ਪਾਰਟੀ ਸਿਸਟਮ ਹੈ। ਹੋਰ ਸੰਸਾਰ ਦੇ ਕਈ ਦੇਸ਼ਾਂ 'ਚ ਮਲਟੀ ਪਾਰਟੀ ਸਿਸਟਮ ਹੈ। ਸੋ ਬਹੁ ਦਲ ਪ੍ਰਣਾਲੀ ਹੈ। ਬਹੁ ਦਲ ਪ੍ਰਣਾਲੀ ਦੇ ਕੀ ਗੁਣ ਤੇ ਔਗੁਣ ਹੋ ਸਕਦੇ ਨੇ? ਬਹੁ ਦਲ ਹੁੰਦਾ ਕੀ ਹੈ?
ਭਾਵ 2 ਤੋਂ ਵੀ ਜ਼ਿਆਦਾ ਪੋਲੀਟੀਕਲ ਪਾਰਟੀਆਂ ਐਕਟਿਵ ਹੋਣ ਤੇ ਸਰਕਾਰ ਤੇ ਕਬਜ਼ਾ ਕਰ ਸਕਦੀਆਂ ਹੋਣ, ਉਹਨੂੰ ਬਹੁਦਲ ਕਹਿੰਦੇ ਆ। ਸੋ ਆਓ ਆਪਾਂ ਇਹਨਾਂ ਦੇ ਮੈਰਿਟ ਤੇ ਡੀਮੈਰਿਟ ਯਾਨੀ ਗੁਣ ਤੇ ਔਗੁਣ ਦੀ ਗੱਲ ਕਰੀਏ। ਸਭ ਤੋਂ ਪਹਿਲੇ ਬਹੁਦਲ ਪ੍ਰਣਾਲੀ ਦੇ ਗੁਣ। ਇਹਦਾ ਪਹਿਲਾ ਗੁਣ ਹੈਗਾ ਵੋਟਰਾਂ ਦੀ ਖੁੱਲੀ ਪਸੰਦ, ਭਾਵ ਵੋਟਰਾਂ ਦੀ ਪਸੰਦ ਖੁੱਲੀ ਹੁੰਦੀ ਹੈ। ਉਮੀਦਵਾਰ 2 ਨਹੀਂ ਹੈ, ਜ਼ਿਆਦਾ ਉਮੀਦਵਾਰ ਨੇ, ਜਿਹਨੂੰ ਮਰਜ਼ੀ ਵੋਟ ਪਾ ਦਿਓ, ਜਿਹਨੂੰ ਤੁਹਾਡਾ ਦਿਲ ਕਰਦਾ ਵੋਟ ਪਾ ਦਿਓ। ਤਾਂ ਆਪਣੀ ਚੋਇਸ ਦਾ ਵੋਟਰ ਜਿਹੜਾ ਕੈਂਡੀਡੇਟ ਆ ਉਹਨੂੰ ਵੋਟ ਪਾ ਸਕਦੇ ਹੋ। ਸੋ ਵੋਟਰਾਂ ਲਈ ਇਹ ਬੜੀ ਚੰਗੀ ਗੱਲ ਹੁੰਦੀ ਹੈ ਬਹੁਦਲ ਪ੍ਰਣਾਲੀ 'ਚ ਵੀ ਉਹ ਜਿਹਨੂੰ ਮਰਜ਼ੀ ਵੋਟ ਪਾ ਸਕਦੇ ਆ। ਦੂਜਾ, ਵੱਖ-ਵੱਖ ਵਰਗਾਂ ਨੂੰ ਪ੍ਰਤੀਨਿਧਤਾ, ਭਾਵ ਹਰ ਵਰਗ ਆਪਣਾ ਉਮੀਦਵਾਰ ਖੜਾ ਕਰ ਸਕਦਾ। ਜਿਵੇਂ ਮਜ਼ਦੂਰਾਂ ਦਾ ਖੜਾ ਹੋ ਗਿਆ ਉਮੀਦਵਾਰ, ਕਿਸਾਨ ਦਾ ਉਮੀਦਵਾਰ ਵੀ ਇਲੈਕਸ਼ਨ ਲੜ ਰਿਹਾ ਵਾ, ਅਧਿਆਪਕਾਂ ਦਾ ਲੜ ਰਿਹਾ ਉਮੀਦਵਾਰ ਇਲੈਕਸ਼ਨ ਲੜ ਰਿਹਾ, ਵਪਾਰੀਆਂ ਦਾ ਲੜ ਰਿਹਾ। ਸੋ ਹਰ ਵਰਗ ਦੇ ਲੋਕ ਨੇ ਜਿਹੜੇ ਆਪਣੇ ਆਪਣੇ ਹਿਸਾਬ ਨਾਲ, ਜਿਹਨੂੰ ਜਿਹੜੇ ਬੰਦੇ ਦੂਜੀ ਪਾਰਟੀ ਤੋਂ ਖੁਸ਼ ਨਹੀਂ, ਉਹ ਆਪਣੀ ਪਾਰਟੀ ਬਣਾ ਕੇ ਤੇ ਆਪਣਾ ਉਮੀਦਵਾਰ ਖੜਾ ਕਰ ਸਕਦੇ ਆ। ਇਸ ਤੋਂ ਬਾਅਦ ਸਰਕਾਰ ਨੂੰ ਬਦਲਣਾ ਆਸਾਨ। ਮਲਟੀ ਪਾਰਟੀ ਸਿਸਟਮ ਦਾ ਸਭ ਤੋਂ ਵੱਡਾ ਗੁਣ ਇਹ ਹੈ ਵੀ ਸਰਕਾਰ ਨੂੰ ਬਦਲਣਾ ਬਹੁਤ ਆਸਾਨ ਹੁੰਦਾ ਹੈ। ਜਿਹੜੀ ਸਰਕਾਰ ਜਿਹੜੀ ਹੈ ਜਨਤਾ ਦੇ ਹਿੱਤਾਂ ਦੀ ਠੀਕ ਰਾਖੀ ਨਹੀਂ ਕਰਦੀ, ਉਹਨਾਂ ਅਨੁਸਾਰ ਕੰਮ ਨਹੀਂ ਕਰਦੀ, ਤੇ ਜਿਹੜੀਆਂ ਸਪੋਰਟਿੰਗ ਪਾਰਟੀਆਂ ਉਹ ਆਪਣੀ ਸਪੋਰਟ ਖੋ ਲੈਂਦੀਆਂ ਤੇ ਸਰਕਾਰ ਨੂੰ ਬਦਲਿਆ ਜਾ ਸਕਦਾ, ਦੂਜੀ ਹੋਰ ਕੋਈ ਪਾਰਟੀ ਸਰਕਾਰ ਬਣਾ ਲੈਂਦੀ ਹੈ। ਸੋ ਬਹੁਦਲ ਪ੍ਰਣਾਲੀ ਦੇ ਵਿੱਚ ਜ਼ਿਆਦਾਤਰ ਸਰਕਾਰ ਜਿਹੜੀ ਉਹ ਬਦਲਣਾ ਬਹੁਤ ਆਸਾਨ ਹੁੰਦਾ। ਨੈਕਸਟ ਹੈਗਾ ਬਹੁਮਤ ਪਾਰਟੀ ਦੀ ਧੱਕੇਸ਼ਾਹੀ ਨਹੀਂ, ਕਿਉਂਕਿ ਬਹੁਦਲ ਪ੍ਰਣਾਲੀ ਦੇ ਵਿੱਚ ਬਹੁਤੀ ਵਾਰ ਇੱਕ ਪਾਰਟੀ ਦੀ ਸਰਕਾਰ ਨਹੀਂ ਬਣਦੀ, ਰਲੀ ਮਿਲੀ ਸਰਕਾਰ ਬਣ ਜਾਂਦੀ ਹੈ। ਜਦੋਂ ਰਲੀ ਮਿਲੀ ਸਰਕਾਰ ਬਣਦੀ ਹੈ ਤੇ ਇਹਦੇ ਨਾਲ ਕੋਈ ਵੀ ਇੱਕ ਪਾਰਟੀ ਜਿਹੜੀ ਹੈ ਧੱਕੇਸ਼ਾਹੀ ਨਹੀਂ ਕਰ ਸਕਦੀ, ਆਪਣੀ ਮਨਮਰਜ਼ੀ ਦੇ ਕਾਨੂੰਨ ਨਹੀਂ ਬਣਾ ਸਕਦੀ ਤੇ ਉਹਨਾਂ ਨੂੰ ਲਾਗੂ ਨਹੀਂ ਕਰ ਸਕਦੀ। ਇਸ ਕਰਕੇ ਜਿਹੜੀ ਬਹੁਦਲ ਪ੍ਰਣਾਲੀ ਹੈ ਇਹਨੂੰ, ਸੋ ਬਹੁਦਲ ਪ੍ਰਣਾਲੀ ਵਿੱਚ ਜਿਹੜੀ ਪਾਰਟੀ ਹੈ ਉਹਦੀ ਧੱਕੇਸ਼ਾਹੀ ਨਹੀਂ ਚੱਲਦੀ, ਬਹੁਮਤ ਜਿਹੜੀ ਪਾਰਟੀ ਉਹਦੀ ਧੱਕੇਸ਼ਾਹੀ ਨਹੀਂ ਚੱਲਦੀ, ਉਹਨੂੰ ਦੂਜੀਆਂ ਪਾਰਟੀਆਂ ਦਾ ਕਹਿਣਾ ਮੰਨਣਾ ਪੈਂਦਾ। ਐਂਡ ਲਾਸਟਲੀ ਵਿਧਾਨ ਮੰਡਲ ਦਾ ਮਾਣ ਸਨਮਾਨ ਬਚਿਆ ਰਹਿੰਦਾ, ਕਿਉਂਕਿ ਕੋਈ ਪਾਰਟੀ ਵਿਧਾਨ ਮੰਡਲ ਦੇ ਬਾਹਰ ਬੈਠ ਕੇ ਕਾਨੂੰਨ ਪਾਸ ਨਹੀਂ ਕਰ ਸਕਦੀ, ਉਹਨੂੰ ਵਿਧਾਨ ਮੰਡਲ 'ਚ ਆਉਣਾ ਪੈਂਦਾ ਤੇ ਉੱਥੇ ਚੰਗੀ ਬਹਿਸਬਾਜ਼ੀ ਦੇ ਬਾਅਦ ਹੀ ਕੋਈ ਕਾਨੂੰਨ ਪਾਸ ਹੋ ਸਕਦਾ ਵੀ ਨਹੀਂ। ਸੋ ਬਹੁਦਲ ਪ੍ਰਣਾਲੀ ਦੇ ਗੁਣਾਂ ਤੋਂ ਬਾਅਦ ਆਪਾਂ ਇਹਨਾਂ ਦੇ ਔਗਣ ਦੀ ਗੱਲ ਕਰੀਏ ਤੇ ਬਹੁਦਲ ਪ੍ਰਣਾਲੀ ਦੇ ਜਿਹੜੇ ਔਗਣ ਨੇ ਉਹ ਕਾਫੀ ਨੇ। ਪਹਿਲੀ ਗੱਲ, ਸਰਕਾਰਾਂ ਕਾਰਜਕਾਲ ਪੂਰਾ ਨਹੀਂ ਕਰ ਪਾਉਂਦੀਆਂ, ਕਿਉਂਕਿ ਬਹੁਦਲ ਪ੍ਰਣਾਲੀ ਦੇਸ਼ਾਂ ਦੇ ਵਿੱਚ ਜ਼ਿਆਦਾਤਰ ਰਲੀਆਂ ਮਿਲੀਆਂ ਸਰਕਾਰਾਂ ਹੁੰਦੀਆਂ ਨੇ ਤੇ ਰਲੀਆਂ ਮਿਲੀਆਂ ਸਰਕਾਰਾਂ ਜਿਹੜੀਆਂ ਆਪਣਾ ਸਮਾਂ ਬਹੁਤੀ ਵਾਰ ਪੂਰਾ ਨਹੀਂ ਕਰ ਪਾਉਂਦੀਆਂ ਤੇ ਕਦੀ 13 ਦਿਨ ਤੇ ਕਦੀ 13 ਮਹੀਨੇ, ਕਦੀ 2 ਸਾਲ, ਕਦੀ 2.5 ਸਾਲ ਬਾਅਦ ਮੱਧਵਰਤੀ ਚੋਣਾਂ ਹੋ ਜਾਂਦੀਆਂ ਨੇ ਤੇ ਸਰਕਾਰਾਂ ਆਪਣਾ ਕਾਰਜਕਾਲ ਪੂਰਾ ਕਰ ਹੀ ਨਹੀਂ ਪਾਉਂਦੀਆਂ। ਸੋ ਇਸ ਕਰਕੇ ਜਿਹੜਾ ਬਹੁਦਲ ਪ੍ਰਣਾਲੀ ਹੈ ਉਹ ਬਹੁਤ ਵਧੀਆ ਪ੍ਰਣਾਲੀ ਨਹੀਂ ਹੈ। ਦੂਜਾ, ਜ਼ਿੰਮੇਵਾਰ ਨਿਸ਼ਚਿਤ ਕਰਨੀ ਔਖੀ, ਕਿਉਂਕਿ ਰਲੀਆਂ ਮਿਲੀਆਂ ਸਰਕਾਰਾਂ ਬਣਦੀਆਂ ਤੇ ਇਸ ਕਰਕੇ ਪਾਰਟੀਆਂ ਇੱਕ ਦੂਜੇ ਦਾ ਕਸੂਰ ਕੱਢ ਦਿੰਦੀਆਂ ਵੀ ਇਸ ਕੰਮ ਲਈ ਮੈਂ ਨਹੀਂ, ਦੂਜੀ ਪਾਰਟੀ ਜ਼ਿੰਮੇਵਾਰ ਹੈ। ਸੋ ਇਸ ਕਰਕੇ ਇਹਦੇ ਵਿੱਚ ਬਹੁਦਲ ਪ੍ਰਣਾਲੀ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਹੈ ਉਹ ਆਸਾਨ ਨਹੀਂ ਹੁੰਦੀ, ਔਖੀ ਹੁੰਦੀ ਹੈ। ਨੀਤੀਆਂ 'ਚ ਇਕਸਾਰਤਾ ਨਹੀਂ, ਜਿਹੜੀਆਂ ਪਾਲਿਸੀਜ਼ ਬਣਦੀਆਂ ਨੇ, ਨੀਤੀਆਂ ਬਣਦੀਆਂ ਨੇ, ਉਹ ਇਕਸਾਰਤਾ ਨਹੀਂ ਹੁੰਦੀ, ਕਿਉਂਕਿ ਪੂਰੇ 5 ਸਾਲ ਜਾਂ 4 ਸਾਲ ਜਿੰਨਾ ਵੀ ਸਰਕਾਰ ਦਾ ਸਮਾਂ ਹੋਏ ਉਹ ਪੂਰਾ ਨਹੀਂ ਕਰ ਪਾਉਂਦੀਆਂ ਜਿਹੜੀ ਪਾਲਿਸੀ ਬਣਦੀ ਹੈ ਉਹ ਵਿੱਚ ਹੀ ਅੱਧ 'ਚ ਰਹਿ ਜਾਂਦੀ ਹੈ। ਫਿਰ ਨਵੀਂ ਸਰਕਾਰ ਬਣ ਜਾਂਦੀ ਤੇ ਆਪਣੇ ਅਨੁਸਾਰ ਪਾਲਿਸੀਆਂ ਚਲਾਉਂਦੀ ਹੈ। ਸੋ ਪਾਲਿਸੀਆਂ ਦੇ ਵਿੱਚ, ਨੀਤੀਆਂ ਦੇ ਵਿੱਚ, ਪ੍ਰੋਗਰਾਮਾਂ 'ਚ ਇਕਸਾਰਤਾ ਨਹੀਂ ਆਉਂਦੀ। ਨੈਕਸਟ ਹੈਗਾ ਦਲ ਅਨੁਸ਼ਾਸਨ ਦੀ ਕਮੀ। ਇਹਦੇ 'ਚ ਪਾਰਟੀਆਂ ਦੇ ਵਿੱਚ ਦਲ ਅਨੁਸ਼ਾਸਨ ਦੀ ਕਮੀ ਹੁੰਦੀ ਹੈ ਤੇ ਜਿਹੜੇ ਪਾਰਟੀ ਦੇ ਉਮੀਦਵਾਰ ਨੇ ਜਿੱਧਰ ਵੀ ਉਹਨਾਂ ਨੂੰ ਲਾਭ ਲੱਗਦਾ ਤੇ ਉੱਧਰ ਉਹ ਆਪਣੀ ਪਾਰਟੀ ਬਦਲ ਕੇ ਚੱਲ ਜਾਂਦੇ ਨੇ ਜਾਂ ਦਲ ਛੱਡ ਕੇ ਚੱਲ ਜਾਂਦੇ ਨੇ। ਹਾਲਾਂਕਿ ਉਹਨੂੰ ਰੋਕਣ ਲਈ ਕਾਨੂੰਨ ਵੀ ਹੁੰਦੇ ਨੇ, ਪਰ ਫਿਰ ਵੀ ਮਲਟੀ ਪਾਰਟੀ ਸਿਸਟਮ ਵਿੱਚ ਦਲ ਅਨੁਸ਼ਾਸਨ ਦੀ ਕਮੀ ਹੁੰਦੀ ਹੈ। ਨੈਕਸਟ ਹੈਗਾ ਭ੍ਰਿਸ਼ਟਾਚਾਰ। ਇਹਦੇ 'ਚ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੋਣ ਦੀ ਸੰਭਾਵਨਾ ਹੁੰਦੀ ਹੈ ਬਹੁਦਲ ਪ੍ਰਣਾਲੀ 'ਚ। ਕਿੱਦਾਂ ਭ੍ਰਿਸ਼ਟਾਚਾਰ ਹੁੰਦਾ ਵੀ ਸਾਰੀਆਂ ਪਾਰਟੀਆਂ ਚਾਹੁੰਦੀਆਂ ਵੀ ਅਸੀਂ ਮੈਜੋਰਟੀ ਬਣਾ ਕੇ ਤੇ ਆਪਣੀ ਸਰਕਾਰ ਬਣਾ ਲਈਏ, ਜਿਹਦੇ ਨਾਲ ਹਾਰਸ ਟ੍ਰੇਡਿੰਗ ਦਾ ਖਤਰਾ ਵੱਧ ਜਾਂਦਾ। ਹਾਰਸ ਟ੍ਰੇਡਿੰਗ ਕੀ ਹੈ? ਐਮਐਲਏ ਜਾਂ ਐਮਪੀਜ਼ ਨੂੰ ਖਰੀਦਣਾ ਤੇ ਖਰੀਦ ਕੇ ਤੇ ਆਪਣੀ ਪਾਰਟੀ ਵੱਲ ਕਰ ਲੈਣਾ ਤੇ ਉਹਨਾਂ ਨੂੰ ਮਨਾ ਲੈਣਾ, ਖਾਸ ਤੌਰ ਤੇ ਆਜ਼ਾਦ ਉਮੀਦਵਾਰਾਂ ਨੂੰ ਤੇ ਦੂਜੇ ਉਮੀਦਵਾਰਾਂ ਨੂੰ ਜਿਹੜੇ ਛੋਟੀਆਂ ਪਾਰਟੀਆਂ ਦੇ ਘੱਟ ਉਮੀਦਵਾਰ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ, ਮੰਤਰੀ ਦਾ ਅਹੁਦੇ ਦਾ ਲਾਲਚ ਦੇ ਕੇ ਤੇ ਉਹਨਾਂ ਨੂੰ ਆਪਣੇ ਨਾਮ ਰਲਾ ਲੈਣਾ ਤੇ ਇਸ ਕਰਕੇ ਹਾਰਸ ਟ੍ਰੇਡਿੰਗ 'ਚ ਵਾਧਾ ਹੋ ਜਾਂਦਾ ਤੇ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵੱਧ ਜਾਂਦਾ ਮਲਟੀ ਪਾਰਟੀ ਸਿਸਟਮ 'ਚ। ਤੇ ਲਾਸਟਲੀ ਵਿਰੋਧੀ ਦਲ ਘੱਟ ਮਜ਼ਬੂਤ। ਜਿਹੜਾ ਮਜ਼ਬੂਤ ਵਿਰੋਧੀ ਦਲ ਨਹੀਂ ਹੁੰਦਾ ਮਲਟੀ ਪਾਰਟੀ ਸਿਸਟਮ 'ਚ, ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਖੇਰੂ ਹੁੰਦੀਆਂ ਨੇ ਤੇ ਥੋੜੇ ਵਿਧਾਇਕ ਲੈ ਕੇ ਬੈਠੀ ਹੁੰਦੇ ਨੇ ਤੇ
ਕਿਸੇ ਵੀ ਸਰਕਾਰ ਦੀ ਨੀਤੀ ਦਾ ਕਿਸੇ ਵੀ ਮਜ਼ਬੂਤੀ ਨਾਲ ਕਿਸੇ ਵੀ ਤਰ੍ਹਾਂ ਮਜ਼ਬੂਤੀ ਨਾਲ ਵਿਰੋਧ ਨਹੀਂ ਕਰ ਪਾਉਂਦੀਆਂ। ਓਵਰਆਲ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਬਹੁਦਲ ਪ੍ਰਣਾਲੀ ਕੋਈ ਬਹੁਤ ਵਧੀਆ ਪ੍ਰਣਾਲੀ ਨਹੀਂ ਹੁੰਦੀ ਤੇ ਇਹ ਖਾਸ ਤੌਰ ਤੇ ਸੰਸਦੀ ਸ਼ਾਸਨ ਪ੍ਰਣਾਲੀ ਤੇ ਭਾਰਤ ਵਰਗੇ ਦੇਸ਼ਾਂ ਵਿੱਚ ਤੇ ਬਿਲਕੁਲ ਚੰਗੀ ਨਹੀਂ ਹੁੰਦੀ। ਓਕੇ, ਹੁਣ ਆਪਾਂ ਗੱਲ ਕਰਨੀ ਹੈ ਇੱਕ ਦਲ ਪ੍ਰਣਾਲੀ ਦੀ। ਸੋ ਅੱਜ ਆਪਾਂ ਦੋ ਦਲ ਪ੍ਰਣਾਲੀ ਦੀ, ਬਹੁਦਲ ਪ੍ਰਣਾਲੀ ਤੇ ਇੱਕ ਦਲ ਪ੍ਰਣਾਲੀ, ਤਿੰਨੇ ਹੀ ਦਲ ਪ੍ਰਣਾਲੀਆਂ ਦੀ ਗੱਲ ਆਪਾਂ ਕੀਤੀ ਹੈ। ਜਿਹੜੀ ਇੱਕ ਦਲ ਪ੍ਰਣਾਲੀ ਇਹਦੀ ਆਪਾਂ ਗੱਲ ਕਰਨ ਲੱਗੇ ਆ। ਇੱਕ ਦਲ ਪ੍ਰਣਾਲੀ ਵਨ ਪਾਰਟੀ ਸਿਸਟਮ ਹੈ। ਵਨ ਪਾਰਟੀ ਸਿਸਟਮ ਜਿਹੜਾ ਵਾ ਇਹ ਮਾਰਕਸਵਾਦ, ਕਾਰਲ ਮਾਰਕਸ ਨੇ ਕਿਹਾ ਸੀਗਾ ਵੀ ਵਨ ਪਾਰਟੀ ਸਿਸਟਮ ਹੋਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਸੀ ਕਮਿਊਨਿਸਟ ਪਾਰਟੀ ਹੋਣੀ ਚਾਹੀਦੀ ਹੈ। ਉਹਨਾਂ ਦੀ ਥਿਊਰੀ ਦੇ ਆਧਾਰ ਤੇ ਉਸ ਤੋਂ ਬਾਅਦ ਰੂਸ ਵਿੱਚ, ਚਾਈਨਾ 'ਚ, ਕਿਊਬਾ 'ਚ, ਅਫਗਾਨਿਸਤਾਨ 'ਚ ਕਿੰਨੇ ਦੇਸ਼ਾਂ ਦੇ ਵਿੱਚ ਸਾਮਵਾਦੀ ਦਲ ਬਣਿਆ, ਕਮਿਊਨਿਸਟ ਪਾਰਟੀਆਂ ਬਣੀਆਂ ਤੇ ਇੱਕ ਪਾਰਟੀ ਸਿਸਟਮ ਇਹਨਾਂ ਦੇਸ਼ਾਂ 'ਚ ਰਿਹਾ। ਅੱਜ ਵੀ ਚੀਨ 'ਚ ਤੇ ਕਿਊਬਾ ਦੇ ਵਿੱਚ ਵਨ ਪਾਰਟੀ ਸਿਸਟਮ ਹੈ, ਇੱਕ ਦਲ ਪ੍ਰਣਾਲੀ ਹੈਗੀ ਹੈ ਤੇ ਉੱਥੇ ਇਹ ਬਹੁਤ ਮਜ਼ਬੂਤੀ ਨਾਲ ਆਪਣੀ ਸਰਕਾਰ ਜਿਹੜੀਆਂ ਚਲਾ ਰਹੀਆਂ ਨੇ, ਵਧੀਆ ਢੰਗ ਨਾਲ ਸਰਕਾਰਾਂ ਚਲਾ ਰਹੀਆਂ ਨੇ। ਤੇ ਚਾਈਨਾ ਜਿਹੜਾ ਇੱਕ ਸੰਸਾਰ ਵਿੱਚ ਇੱਕ ਸੁਪਰ ਪਾਵਰ ਬਣ ਕੇ ਸਾਹਮਣੇ ਆਇਆ ਇੱਕ ਦਲ ਪ੍ਰਣਾਲੀ ਕਰਕੇ ਹੀ। ਸੋ ਕੀ ਇਹਦੇ ਗੁਣ ਹੋ ਸਕਦੇ ਨੇ? ਇਹਦੇ ਗੁਣ ਹੈਗੇ ਨੇ, ਸਭ ਤੋਂ ਪਹਿਲਾਂ ਇਹ ਮਜ਼ਬੂਤ ਰਾਜ ਪ੍ਰਬੰਧ। ਜਿਹੜੀ ਇੱਕ ਦਲ ਪ੍ਰਣਾਲੀ ਹੈ ਜਿਸ ਦੇਸ਼ 'ਚ ਹੋਏਗੀ ਉੱਥੇ ਮਜ਼ਬੂਤ ਰਾਜ ਪ੍ਰਬੰਧ ਹੋਏਗਾ, ਕਿਉਂਕਿ ਵਿਰੋਧ ਕੋਈ ਨਹੀਂ ਹੋਣਾ, ਇੱਕੋ ਪਾਰਟੀ ਸਰਕਾਰ ਹੈ ਤੇ ਉਹ ਆਪਣੀ ਇੱਛਾ ਅਨੁਸਾਰ ਦੇਸ਼ ਨੂੰ ਜਿਵੇਂ ਚਲਾਉਣਾ ਚਾਹੁੰਦੀਆਂ ਚਲਾ ਸਕਦੀਆਂ ਨੇ ਤੇ ਉਸੇ ਢੰਗ ਨਾਲ ਸਾਰਾ ਰਾਜ ਪ੍ਰਬੰਧ ਚਲਾਉਂਦੀਆਂ ਨੇ। ਸੋ ਮਜ਼ਬੂਤ ਰਾਜ ਪ੍ਰਬੰਧ ਹੁੰਦਾ ਵਾ ਇੱਕ ਦਲ ਪ੍ਰਣਾਲੀ 'ਚ। ਦੂਜਾ, ਕੌਮੀ ਏਕਤਾ 'ਚ ਵਾਧਾ, ਕਿਉਂਕਿ ਦੇਸ਼ ਵੱਖ-ਵੱਖ ਹਿੱਤਾਂ 'ਚ ਵੰਡਿਆ ਨਹੀਂ ਜਾਂਦਾ, ਲੋਕੀ ਜਿਹੜੇ ਵਿਰੋਧ ਨਹੀਂ ਕਰਦੇ, ਇਸ ਕਰਕੇ ਸਾਰਾ ਦੇਸ਼ ਜਿਹੜਾ ਵਾ ਉਹ ਸਾਰਾ ਦੇਸ਼ ਇੱਕਮਿਕ ਹੁੰਦਾ ਤੇ ਇੱਕ ਰਾਸ਼ਟਰੀ ਭਾਵਨਾ ਪੈਦਾ ਹੁੰਦੀ ਹੈ ਤੇ ਕੌਮੀ ਏਕਤਾ ਦੇ ਵਿੱਚ ਵਾਧਾ ਹੁੰਦਾ ਹੈ। ਨੈਕਸਟ ਹੈਗਾ ਦੇਸ਼ ਦੀ ਤਰੱਕੀ ਤੇ ਕੇਂਦਰਤ। ਇਹ ਦੇਸ਼ ਖਿੱਚੋਤਾਣ, ਜਿਹੜੀਆਂ ਰਾਜਨੀਤਿਕ ਦਲਾਂ ਦੀ ਖਿੱਚੋਤਾਣ ਹੈ ਇੱਥੇ ਨਹੀਂ ਹੁੰਦੀ ਤੇ ਜ਼ਿਆਦਾ ਫੋਕਸ ਦੇਸ਼ ਦੀ ਤਰੱਕੀ 'ਚ ਹੁੰਦਾ ਵਾ। ਅਸੀਂ ਆਮ ਦੇਖਿਆ ਵਾ ਵੀ ਜਿਹੜੀ ਬਹੁਦਲ ਤੇ ਦੋ ਦਲ ਪ੍ਰਣਾਲੀ ਹੈ ਉਹਨਾਂ ਦੇਸ਼ਾਂ ਦੇ ਵਿੱਚ ਹੜਤਾਲਾਂ, ਦੰਗੇ ਫਸਾਦ ਹੁੰਦੇ ਰਹਿੰਦੇ ਨੇ ਤੇ ਪਾਰਟੀ ਇੱਕ ਦੂਜੇ ਦਾ ਵਿਰੋਧ ਕਰਦੀਆਂ ਰਹਿੰਦੀਆਂ ਨੇ। ਪਰ ਜਦੋਂ ਪਾਰਟੀ ਇੱਕ ਹੋਏ ਤੇ ਫਿਰ ਦੇਸ਼ ਦੀ ਤਰੱਕੀ ਤੇ ਫੋਕਸ ਹੁੰਦਾ, ਨਾ ਕਿ ਬਹਿਸਬਾਜ਼ੀ ਤੇ। ਨੈਕਸਟ ਹੈਗਾ ਸੰਕਟ ਕਾਲ ਸਮੇਂ ਢੁਕਵੀਂ ਸਰਕਾਰ। ਜਦੋਂ ਦੇਸ਼ ਦੇ ਸੰਕਟ ਹੋਵੇ, ਕੋਈ ਅੰਦਰੂਨੀ ਗੜਬੜ ਜਾਂ ਵਿਦੇਸ਼ੀ ਹਮਲੇ ਦਾ ਡਰ ਹੋਵੇ ਤੇ ਉਦੋਂ ਇਹ ਪਾਰਟੀ ਜਿਹੜੀ ਹੈ ਇੱਕ ਦਲ ਪ੍ਰਣਾਲੀ ਜਿਹੜੀ ਹੈ ਵਧੀਆ ਪ੍ਰਣਾਲੀ ਸਾਬਤ ਹੁੰਦੀ ਹੈ ਤੇ ਅੱਛੇ ਢੰਗ ਨਾਲ ਜਿਹੜਾ ਪ੍ਰਬੰਧ ਚਲਾ ਸਕਦੀ ਹੈ। ਨੈਕਸਟ ਹੈਗਾ ਇੱਕਸਾਰ ਨੀਤੀਆਂ ਤੇ ਕਾਰਜਕ੍ਰਮ। ਜਿਹੜੀ ਇੱਕੋ ਤਰ੍ਹਾਂ ਦੀਆਂ ਨੀਤੀਆਂ ਤੇ ਕਾਰਜਕ੍ਰਮ ਬਣ ਪਾਉਂਦੇ ਨੇ, ਇਹਦੇ ਕਰਕੇ ਜਿਹੜੀ ਵਨ ਪਾਰਟੀ ਸਿਸਟਮ ਉਹ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਇੱਕੋ ਤਰ੍ਹਾਂ ਦੀ ਪਾਲਿਸੀ ਬਣਦੀ ਹੈ, ਸਰਕਾਰ ਬਦਲਦੀ ਜਾਂਦੀ ਹੈ ਪਰ ਪਾਰਟੀ ਇੱਕ ਹੈ, ਇਸ ਕਰਕੇ ਉਹ ਪਾਲਿਸੀ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਇੱਕੋ ਜਿਹੀਆਂ ਨੀਤੀਆਂ ਤੇ ਕਾਰਜਕ੍ਰਮ ਚੱਲਣ ਨਾਲ ਦੇਸ਼ ਤਰੱਕੀ ਵੱਲ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਵਾ। ਚਾਈਨਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ। ਨੈਕਸਟ ਹੈਗਾ ਜ਼ਿੰਮੇਵਾਰ ਸਰਕਾਰ। ਇਹ ਸਰਕਾਰ ਦੀ ਜ਼ਿੰਮੇਵਾਰੀ ਫਿਕਸ ਕਰਨੀ ਸੌਖੀ ਹੁੰਦੀ ਹੈ, ਨਿਸ਼ਚਿਤ ਕਰਨੀ ਸੌਖੀ ਹੁੰਦੀ ਹੈ ਵੀ ਇੱਕੋ ਪਾਰਟੀ ਸਰਕਾਰ ਹੈ ਤੇ ਉਹੀ ਬੰਦੇ ਜ਼ਿੰਮੇਵਾਰ ਨੇ। ਸੋ ਇਸ ਕਰਕੇ ਇੱਕ ਪਾਰਟੀ ਸਿਸਟਮ ਵਿੱਚ, ਵਨ ਪਾਰਟੀ ਸਿਸਟਮ ਵਿੱਚ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਜਿਹੜੀ ਆ ਉਹ ਬਹੁਤ ਸੌਖੀ ਹੁੰਦੀ ਹੈ। ਇੱਕ ਦਲ ਪ੍ਰਣਾਲੀ ਦੇ ਜੇ ਗੁਣ ਨੇ ਤੇ ਔਗੁਣ ਵੀ ਹੈ। ਸੋ ਕਿਹੜੇ ਔਗੁਣ ਹੋ ਸਕਦੇ ਨੇ ਜੇ ਹੁੰਦੇ ਆ ਇੱਕ ਦਲ ਪ੍ਰਣਾਲੀ ਵਿੱਚ ਜਿਹੜੇ ਚੰਗੇ ਨਹੀਂ ਹੈ? ਸਭ ਤੋਂ ਪਹਿਲੇ ਡੀਮੈਰਿਟ ਹੈਗਾ ਅਲੋਕਤੰਤਰੀ ਪ੍ਰਣਾਲੀ। ਜਿਹੜਾ ਇੱਕ ਦਲ ਪ੍ਰਣਾਲੀ ਉਹ ਅਲੋਕਤੰਤਰੀ ਹੈ, ਕਿਉਂਕਿ ਵਿਅਕਤੀ ਦੀ ਸੁਤੰਤਰਤਾ ਖਤਮ ਹੋ ਜਾਂਦੀ ਹੈ। ਸੁਤੰਤਰਤਾ, ਸਮਾਨਤਾ, ਭਾਈਚਾਰਾ ਸਾਰਾ ਲੋਕਤੰਤਰ ਦੇ ਗੁਣ ਨੇ, ਪਰ ਇਹਦੇ 'ਚ ਵਿਅਕਤੀ ਦੀ ਨਾ ਸੁਤੰਤਰਤਾ ਰਹਿੰਦੀ ਹੈ ਤੇ ਨਾ ਸਮਾਨਤਾ। ਇੱਕੋ ਪਾਰਟੀ ਨੂੰ ਵੋਟ ਪਾਣਾ, ਠੀਕ ਹੈ, ਕਿਉਂਕਿ ਤੁਹਾਡੀ ਸੁਤੰਤਰਤਾ ਨਹੀਂ, ਤੁਸੀਂ ਨਹੀਂ ਚਾਹੁੰਦੇ ਉਸ ਪਾਰਟੀ ਨੂੰ ਜਾਂ ਉਮੀਦਵਾਰ ਨੂੰ ਵੋਟ ਨਹੀਂ ਪਾਣਾ ਚਾਹੁੰਦੇ ਤੇ ਤੁਸੀਂ ਕਿੱਥੇ ਜਾਓਗੇ? ਸੋ ਇਸ ਕਰਕੇ ਇੱਕ ਦਲ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਦੂਜਾ, ਵੋਟਰਾਂ ਦੀ ਸੀਮਤ ਪਸੰਦ। ਵੋਟਰਾਂ ਦੀ ਪਸੰਦ ਹੈ ਹੀ ਨਹੀਂ। ਜਦੋਂ ਪਾਰਟੀ ਇੱਕ ਹੈਗੀ ਹੈ, ਉਮੀਦਵਾਰ ਭਾਵੇਂ ਅਲੱਗ-ਅਲੱਗ ਖੜੇ ਹੋਣ, ਪਾਰਟੀ ਇੱਕ ਹੈ ਤੇ ਵੋਟਰਾਂ ਦੀ ਪਸੰਦ ਕਿੱਥੇ ਹੋਈ? ਕਿਉਂਕਿ ਵੋਟ ਤੇ ਚਾਹੁੰਦੇ ਨਹੀਂ। ਹੋ ਸਕਦਾ ਵੋਟਰ ਨੇ ਜਿਹੜੇ ਉਹਨੂੰ ਵੋਟ ਨਾ ਪਾਣਾ ਚਾਹੁੰਦੇ ਹੋਣ। ਸੋ ਇਸ ਕਰਕੇ ਵੋਟਰਾਂ ਦੀ ਪਸੰਦ ਜਿਹੜੀ ਹੈ ਸੀਮਤ ਹੋ ਜਾਂਦੀ ਹੈ। ਵਿਖਾਵੇ ਦੀ ਚੋਣਾਂ। ਇੱਕ ਦਲ ਪ੍ਰਣਾਲੀ ਵਿੱਚ ਵੀ ਚੋਣਾਂ ਕਰਾਈਆਂ ਜਾਂਦੀਆਂ ਪਰ ਪਾਰਟੀ ਇੱਕ ਹੁੰਦੇ, ਉਮੀਦਵਾਰ ਅਲੱਗ-ਅਲੱਗ ਹੋ ਸਕਦੇ ਹੁੰਦੇ ਆ। ਸੋ ਇਸ ਕਰਕੇ ਇਹ ਜਿਹੜਾ ਵਾ ਚੋਣਾਂ ਸਿਰਫ ਵਿਖਾਵਾ ਹੁੰਦੀਆਂ ਨੇ, ਕਿਉਂਕਿ ਸਾਰੀਆਂ ਨੀਤੀਆਂ ਤੇ ਕਾਰਜਕ੍ਰਮ ਇੱਕੋ ਜਿਹੇ ਹੁੰਦੇ ਨੇ ਤੇ ਫਿਰ ਲੋਕਾਂ ਦੇ ਵਾਸਤੇ ਚੁਆਇਸ ਕਿੱਥੋਂ ਬਚੀ? ਸੋ ਇਸ ਕਰਕੇ ਇਹ ਚੋਣਾਂ ਕੇਵਲ ਇੱਕ ਵਿਖਾਵਾ ਚੋਣਾਂ ਹੁੰਦੀਆਂ ਨੇ। ਰਾਜਨੀਤਿਕ ਸਿੱਖਿਆ ਨਹੀਂ, ਇਹਦੇ 'ਚ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਨਹੀਂ ਮਿਲਦੀ।
ਭਾਵ ਇਹ ਹੈ ਕਿਉਂਕਿ ਉਹਨਾਂ ਕੋਲ ਵਿਰੋਧ ਕਰਨ ਦਾ ਅਧਿਕਾਰ ਨਹੀਂ ਹੈ, ਵਿਰੋਧ ਉਹ ਕਰ ਨਹੀਂ ਸਕਦੇ, ਸੁਤੰਤਰਤਾ ਹੈ ਨਹੀਂ, ਰਾਜਨੀਤਿਕ ਸੁਤੰਤਰਤਾ ਬਿਲਕੁਲ ਖਤਮ ਹੈ। ਸੋ ਇਸ ਕਰਕੇ ਇੱਕ ਦਲ ਪ੍ਰਣਾਲੀ ਜਿਹੜੀ ਹੈ ਉਹਦੇ 'ਚ ਕੋਈ ਰਾਜਨੀਤਿਕ ਸਿੱਖਿਆ ਨਹੀਂ ਮਿਲਦੀ। ਤਾਨਾਸ਼ਾਹ ਸਰਕਾਰਾਂ ਜਿੰਨੀਆਂ ਵੀ ਉੱਥੇ ਸਰਕਾਰਾਂ ਬਣਦੀਆਂ ਨੇ, ਤਾਨਾਸ਼ਾਹ ਸਰਕਾਰਾਂ ਬਣਦੀਆਂ ਨੇ, ਤੇ ਹਰ ਤਰ੍ਹਾਂ ਦਾ ਰਾਜਨੀਤਿਕ ਵਿਰੋਧ ਨੂੰ ਸਖਤੀ ਨਾਲ ਦਬਾ ਦਿੱਤਾ ਜਾਂਦਾ। ਤਿੰਨ ਮੀਨਾਰ ਚੌਂਕ 'ਚ ਚਾਈਨਾ ਦੇ ਵਿੱਚ ਜਦੋਂ ਜਿਹੜੇ ਕਾਲਜ ਦੇ ਵਿਦਿਆਰਥੀ ਸੀ ਉਹਨਾਂ ਨੇ ਵਿਰੋਧ ਕੀਤਾ ਤੇ ਉੱਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਸੋ ਇਸ ਕਰਕੇ ਇਹਦੇ ਵਿੱਚ ਜਿਹੜਾ ਵਾ ਵਿਰੋਧ ਨੂੰ ਜ਼ਬਰਦਸਤੀ ਦਬਾਇਆ ਜਾਂਦਾ। ਸੋ ਇਸ ਕਰਕੇ ਇਹ ਸਰਕਾਰ ਜਿਹੜੀ ਹੈ ਦੋ ਦਲ ਪ੍ਰਣਾਲੀ ਇੱਕ ਦਲ ਪ੍ਰਣਾਲੀ ਜਿਹੜੀ ਹੈ ਉਹ ਚੰਗੀ ਪ੍ਰਣਾਲੀ ਨਹੀਂ ਹੈ। ਐਂਡ ਲਾਸਟਲੀ ਵੱਖ-ਵੱਖ ਹਿੱਤਾਂ ਦੇ ਪ੍ਰਤੀਨਿਧਤਾ ਨਹੀਂ ਮਿਲਦੇ, ਕਿਉਂਕਿ ਸਾਰੇ ਸਮਾਜ 'ਚ ਇੱਕੋ ਜਿਹੀ ਸੋਚ ਵਾਲੇ ਲੋਕ ਨਹੀਂ ਰਹਿੰਦੇ, ਸਾਰੇ ਤਰ੍ਹਾਂ ਦੇ ਵੰਨ-ਸੁਵੰਨੀ ਸੋਚ ਵਾਲੇ ਲੋਕ ਹੁੰਦੇ ਨੇ। ਸੋ ਵੰਨ-ਸੁਵੰਨੀ ਸੋਚ ਵਾਲੇ ਤੇ ਵਰਗਾਂ ਵਾਲੇ ਕੰਮਾਂ ਵਾਲੇ ਲੋਕਾਂ ਨੂੰ ਪ੍ਰਤੀਨਿਧਤਾ ਨਹੀਂ ਮਿਲਦੀ, ਕੇਵਲ ਇੱਕ ਤਰ੍ਹਾਂ ਦੀ ਸੋਚ ਵਾਲੇ ਲੋਕਾਂ ਨੂੰ ਪ੍ਰਤੀਨਿਧਤਾ ਮਿਲਦੀ ਹੈ ਤੇ ਉਹੀ ਆਪਣੀ ਮਨਮਰਜ਼ੀ ਨਾਲ ਸਰਕਾਰ ਚਲਾਈ ਜਾਂਦੇ ਨੇ। ਇਸ ਕਰਕੇ ਇੱਕ ਦਲ ਪ੍ਰਣਾਲੀ ਨੂੰ ਕਦੇ ਵੀ ਚੰਗੀ ਪ੍ਰਣਾਲੀ ਨਹੀਂ ਮੰਨਿਆ ਜਾ ਸਕਦਾ। ਸੋ ਓਵਰਆਲ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ, ਦੋ ਦਲ ਪ੍ਰਣਾਲੀ, ਬਹੁਦਲ ਪ੍ਰਣਾਲੀ ਤੇ ਇੱਕ ਦਲ ਪ੍ਰਣਾਲੀ ਨੂੰ ਅਧਿਐਨ ਕਰਨ ਤੋਂ ਬਾਅਦ ਇਹੋ ਨਤੀਜਾ ਨਿਕਲਦਾ ਕਿ ਦੋ ਦਲ ਪ੍ਰਣਾਲੀ ਜਿਹੜੀ ਹੈ ਬਾਕੀ ਪ੍ਰਣਾਲੀਆਂ ਨਾਲੋਂ ਜ਼ਿਆਦਾ ਚੰਗੀ ਤੇ ਜ਼ਿਆਦਾ ਵਧੀਆ ਹੁੰਦੀ ਹੈ। ਲੋਕਤੰਤਰੀ ਦੇਸ਼ਾਂ ਵਾਸਤੇ ਦੋ ਦਲ ਪ੍ਰਣਾਲੀ ਜਿਹੜੀ ਹੈ ਅਪਣਾਉਣਾ ਉਹ ਜ਼ਿਆਦਾ ਚੰਗੀ ਗੱਲ ਹੈ। ਸੋ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ। ਜੇਕਰ ਤੁਹਾਨੂੰ ਚੰਗੀ ਲੱਗੀ ਇਹਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਮੇਰੇ ਚੈਨਲ ਕਨਸੈਪਟ ਗੁਰੂ ਏਕੇ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੇ ਪਹਿਲਾਂ ਨਹੀਂ ਕੀਤਾ ਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ।